उन्हां वल्लों कई सारे इतिहासक फैसले किए गए आ। इत्थों तक कि उन्होंने पिछे जहे मुख्यमंत्री के समागम च यह भी कह दिता सीगा कि सरकारां मुकदमेबाज आ। उन्होंने कहा कि जिन्ने केस अदालतां में चलते आ उन्हां विचों बहुते जिहड़े केस आ वो सरकारां दे खिलाफ है या सरकारां वल्लों पाए गए आ। सुखबीर सिंह बादल जिहड़े पैरां हेठों जिहड़ी जमीन खिसकदी सीगी ते वो जमीन जिहड़ी इकट्ठी करना चाहुंदे आ, ਉਹਦਾ ਜਿਹੜਾ ਪਹਿਲਾ ਪੜਾਅ ਆ ਉਹਨਾਂ ਨੇ ਡਾਇਰੈਕਟ ਇੰਡਾਇਰੈਕਟ ਜਿਹੜਾ ਆ ਉਹ ਪਾਰ ਕਰ ਲਿਆ। ਚਾਹੇ ਇਹਦੇ ਲਈ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਗਿਆ ਹੋਵੇ ਤੇ ਜਾਂ ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਜਿਹੜਾ ਆ ਉਹਨਾਂ ਵਿੱਚ ਇਨਵੋਲਵ ਕੀਤਾ ਹੋਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਇੱਕ ਆਪਣੇ ਚਿੰਤਾ ਪ੍ਰਗਟਾਈ ਸੀ ਬਿਆਨ ਰਾਹੀਂ ਕਿ ਘੱਟ ਗਿਣਤੀਆਂ ਕੋਲੋਂ ਉਹਨਾਂ ਦੇ ਹੱਕ ਖੋਹੇ ਜਾ ਰਹੇ ਆ, ਪਰ ਇਹਦੇ ਉਲਟ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਆ ਉਹਦੇ ਚੇਅਰਮੈਨ ਨੇ ਬਿਆਨ ਦੇ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ शायद भुलेखा लगा हो सकता, वो टपड़ा खा गए। घट गिणतियां लई जिहड़ा घट गिणती कमिशन आ वो खड़ा आ। सारियां जथेबंदियां की इन्हां सारियां नूं सचमुच बंदी ਸਿੰਘਾਂ ਨੂੰ रिहा कराउण दी एक चीज़ आ जां सारियां जथेबंदियां विचों बहुतियां ये सोचदियां कि इस सांझे कारज लई जे असीं इस वेले नाल ना तुरे तां कदे किते असीं सियासत विचों आउट तां नहीं हो जांगे। साडे सियासी लीडर साबका विधायक घर छड्डण लई तैयार नहीं, जां कईयां ते इल्जाम लगा कि उन्होंने घर छड्डण तो पहला जिहड़ा समान आ वो उरे पुरे कर दित्ता। जिहड़ी सुरक्षा छतरी छांगी गई आ उह च सब तो वड्डा झटका जिहड़ा आ वो साबका मुख मंत्री बीबी रजिंदर कौर भट्टल नूं दित्ता गया, जिन्हां कोले 36 गनमैन सीगे ते इस वेले जिहड़े आ ਉਹ 28 वापस ले गए आ। देश प्रदेश तो खालस टीवी नाल ते रखण वाले दोस्तों, ਤੁਹਾਡਾ ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਧੁਰ ਅੰਦਰੋਂ ਦਿਲੋਂ ਸਵਾਗਤ। ਹੋਸਟ ਕਮਲਜੀਤ ਸਿੰਘ ਬਣਵੈਦ ਦੀ ਸਤਿ ਸ੍ਰੀ ਅਕਾਲ। ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ। ਚੀਫ ਜਸਟਿਸ NV ਰਮन्ना ਦੀ ਅਗਵਾਈ ਹੇਠ 3 ਜੱਜਾਂ ਨੇ ਜਿਹੜਾ ਫੈਸਲਾ ਸੁਣਾਇਆ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਆ ਕਿ ਆਮ ਨਾਗਰਿਕਾਂ ਦੇ ਖਿਲਾਫ ਅੰਨੇਵਾਹ ਕੀਤੇ ਜਾਂਦੇ ਦੇਸ਼ ਧਰੋਹੀ ਦੇ ਜਿਹੜੇ ਪਰਚੇ ਆ ਉਹ ਬੰਦ ਕੀਤੇ ਜਾਣ। ਸੁਪਰੀਮ ਕੋਰਟ ਨੇ ਇਹ ਫੈਸਲਾ ਲੰਘੇ ਕੱਲ੍ਹ ਸੁਣਾਇਆ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਜਦੋਂ ਜਵਾਬ ਤਲਬੀ ਕੀਤੀ ਗਈ ਸੀ ਤਾਂ ਇਹ ਕਹਿ ਦਿੱਤਾ ਸੀ ਕਿ ਸੋਮਵਾਰ ਤੱਕ ਅਸੀਂ ਵਿਚਾਰ ਕਰਕੇ ਦੱਸਾਂਗੇ ਕਿ ਇਸ ਜਿਹੜਾ ਦੇਸ਼ ਧਰੋਹ ਦਾ ਮੁਕੱਦਮੇ ਦਰਜ ਕੀਤੇ ਜਾਂਦੇ ਆ ਉਹਨਾਂ ਬਾਰੇ ਕੀ ਫੈਸਲਾ ਲਿਆ ਜਾ ਸਕਦਾ, ਕਿਵੇਂ ਬੰਦ ਹੋ ਸਕਦੇ ਆ। ਪਰ ਕਿਉਂਕਿ ਕੇਂਦਰ ਸਰਕਾਰ ਨੇ ਜਵਾਬ ਨਹੀਂ ਦਿੱਤਾ ਤੇ ਸੁਪਰੀਮ ਕੋਰਟ ਨੇ ਕੱਲ੍ਹ ਫਿਰ ਆਪਣਾ ਜਿਹੜਾ ਫੈਸਲਾ ਆ ਉਹ ਸੁਣਾ ਦਿੱਤਾ। ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਬੜੀਆਂ ਇੰਪੋਰਟੈਂਟ ਗੱਲਾਂ ਕਹੀਆਂ। ਇੱਕ ਤਾਂ ਇੱਥੇ ਦੱਸਦਾ ਕਿ IPC ਦੀ ਧਾਰਾ ਵਿੱਚ 1978 ਨੂੰ ਜਿਹੜਾ ਇਹ ਦੇਸ਼ ਧਰੋਹੀ ਦੀ ਧਾਰਾ 124 ਆ ਇਹ ਜੋੜ ਦਿੱਤੀ ਗਈ ਸੀ ਤੇ ਹੁਣ ਤੱਕ 800 ਦੇ ਕਰੀਬ ਜਿਹੜੇ ਦੇਸ਼ ਧਰੋਹੀ ਦੇ ਪਰਚੇ ਉਹ ਦਰਜ ਕੀਤੇ ਜਾ ਚੁੱਕੇ ਆ ਤੇ 1300 ਦੇ ਲੋਕ ਅੰਦਰ ਜਿਹੜੇ ਆ ਜੇਲ੍ਹਾਂ 'ਚ ਬੰਦ ਆ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਵਿਚਾਰ ਨਹੀਂ ਦੱਸਦੀ ਉਦੋਂ ਤੱਕ ਜਿੰਨੇ ਵੀ ਕੇਸ ਅਦਾਲਤਾਂ 'ਚ ਪੈਂਡਿੰਗ ਪਏ ਆ ਜਾਂ ਪੁਲਿਸ ਕੋਲੇ ਪੈਂਡਿੰਗ ਆ ਲਮਕਦੇ ਆ ਉਹਨਾਂ 'ਤੇ ਰੋਕ ਲਾਤੀ ਜਾਵੇ। ਅਗਲੀ ਗੱਲ ਇਹ ਕਹੀ ਕਿ ਜਿੰਨਾ ਚਿਰ ਕੇਸ ਦਾ ਫੈਸਲਾ ਨਹੀਂ ਹੁੰਦਾ, ਦੂਜੇ ਸ਼ਬਦਾਂ ਵਿੱਚ ਕੇਂਦਰ ਸਰਕਾਰ ਨੇ ਜਿਹੜਾ ਸਮਾਂ ਮੰਗਿਆ ਉਹਦਾ ਜਵਾਬ ਨਹੀਂ ਦਿੰਦੀ, ਤਦ ਤੱਕ ਕੋਈ ਵੀ ਨਵਾਂ ਕੇਸ ਦੇਸ਼ ਧਰੋਹੀ ਦਾ ਦਰਜ ਨਾ ਕੀਤਾ ਜਾਵੇ। ਇਸ ਤੋਂ ਅਗਲੀ ਗੱਲ ਇਹ ਕੇਂਦਰ ਸਰਕਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਜਿਹੜੀਆਂ ਹਦਾਇਤਾਂ ਆ ਉਹ ਰਾਜਾਂ ਨੂੰ ਐਨ ਜਿਹੜੀਆਂ ਆ ਉਹ ਲਾਗੂ ਕਰਤੀਆਂ ਜਾਣ। ਅਗਲੀ ਗੱਲ ਇਹ ਬਹੁਤ ਵੱਡੀ ਗੱਲ ਜਿਹੜੀ ਕਹੀ ਆ ਉਹ ਇਹ ਕਿ ਜੇ ਕਿਸੇ ਦੇ ਖਿਲਾਫ ਦੇਸ਼ ਧਰੋਹੀ ਧਾਰਾ ਤਹਿਤ ਪਰਚਾ ਦਰਜ ਕੀਤਾ ਜਾਂਦਾ ਤਾਂ ਉਹ ਤੁਰੰਤ ਅਦਾਲਤ ਨਾਲ ਸੰਪਰਕ ਕਰੇ ਤੇ ਅਦਾਲਤ ਉਹਦੀ ਜਿਹੜੀ ਆ ਬਾਂਹ ਫੜੇਗੀ। ਇੱਕ ਗੱਲ ਹੋਰ ਜਿਹੜੀ ਕਹੀ ਗਈ ਹੈ ਕਿ ਜੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰਨ ਦੀ ਨੌਬਤ ਆਉਂਦੀ ਆ ਤਾਂ SP ਰੈਂਕ ਦੇ ਅਧਿਕਾਰੀ ਤੋਂ ਹੇਠਲਾ ਕੋਈ ਵੀ ਪੁਲਿਸ ਮੁਲਾਜ਼ਮ ਪਰਚਾ ਦਰਜ ਨਹੀਂ ਕਰ ਸਕੇਗਾ ਤੇ SP ਸੰਬੰਧਿਤ ਅਧਿਕਾਰੀ ਨੂੰ ਨਾਲ ਇਹ ਲਿਖਣਾ ਪਵੇਗਾ ਕਿ ਦੇਸ਼ ਦੇ ਪਰਚਾ ਦਰਜ ਕਰਨ ਦੀ ਵਜ੍ਹਾ ਕੀ ਆ, ਸਬੂਤ ਕੀ ਆ ਉਹਦੇ ਕੋਲੋਂ। ਸੋ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ ਇਹ ਆਮ ਲੋਕਾਂ ਦੇ ਹੱਕ 'ਚ ਆ।
ਵੈਸੇ ਇੱਥੇ ਮੈਂ ਵੀ ਦੱਸਦਾ ਕਿ ਐਨਵੀਰ ਮੰਨਾ ਜਿਨ੍ਹਾਂ ਦੀ ਜਿਹੜੀ ਹੈਗੀ ਆ ਰਿਟਾਇਰਮੈਂਟ ਉਹ ਤੇ ਦੂਰ ਨਹੀਂ ਹੈਗੀ, ਉਹਨਾਂ ਵੱਲੋਂ ਕਈ ਸਾਰੇ ਇਤਿਹਾਸਕ ਫੈਸਲੇ ਕੀਤੇ ਗਏ ਆ। ਇੱਥੋਂ ਤੱਕ ਕਿ ਉਹਨਾਂ ਨੇ ਪਿੱਛੇ ਜਿਹੇ ਮੁੱਖ ਮੰਤਰੀ ਦੇ ਇੱਕ ਸਮਾਗਮ 'ਚ ਇਹ ਵੀ ਕਹਿ ਦਿੱਤਾ ਸੀਗਾ ਕਿ ਸਰਕਾਰਾਂ ਮੁਕੱਦਮੇਬਾਜ਼ ਆ। ਉਹਨਾਂ ਨੇ ਕਿਹਾ ਕਿ ਜਿੰਨੇ ਕੇਸ ਅਦਾਲਤਾਂ ਵਿੱਚ ਚੱਲਦੇ ਆ ਉਹਨਾਂ ਵਿੱਚੋਂ ਬਹੁਤੇ ਜਿਹੜੇ ਕੇਸ ਆ ਉਹ ਸਰਕਾਰਾਂ ਦੇ ਖਿਲਾਫ ਹੈ ਜਾਂ ਸਰਕਾਰਾਂ ਵੱਲੋਂ ਪਾਏ ਗਏ ਆ। ਤੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਜਦੋਂ ਸਰਕਾਰਾਂ ਅਦਾਲਤਾਂ ਦੇ ਫੈਸਲੇ ਲਾਗੂ ਨਹੀਂ ਕਰਦੀਆਂ ਤਾਂ ਲੋਕਾਂ ਨੂੰ ਹੱਦ ਤੱਕ ਦਾ ਕੇਸ ਜਿਹੜਾ ਉਹ ਦਾਇਰ ਕਰਨਾ ਪੈਂਦਾ। ਸੋ ਇਹ ਕਿ ਦੇਸ਼ ਧਰੋਹੀ ਦੇ ਮਾਮਲੇ ਤਹਿਤ ਜਿਹੜੇ ਪੁਲਿਸ ਦੇ ਹੱਥ ਖੁੱਲ੍ਹੇ ਛੱਡੇ ਹੋਏ ਸੀਗੇ, ਜਾਂ ਆਪਾਂ ਇਹ ਕਹਿ ਲਈਏ ਕਿ ਪੁਲਿਸ ਜਿਹੜੀ ਆਪਣੇ ਹੱਥ ਰੰਗਦੀ ਰਹੀ ਆ, ਹੁਣ ਉਹਨਾਂ ਤੇ ਜਿਹੜਾ ਆ ਉਹ ਬੰਨ੍ਹ ਦਿੱਤੇ ਗਏ ਆ। ਹੁਣ ਪੱਤਰਕਾਰਾਂ ਨੂੰ, ਜਿਹੜੇ ਸਮਾਜ ਸੇਵੀ ਕਾਰਕੁਨ ਆ ਜਾਂ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਲੋਕ ਆ, ਉਹਨਾਂ ਨੂੰ ਉਹ ਡਰ ਨਹੀਂ ਰਿਹਾ ਜਿਹੜਾ ਡਰ ਪਹਿਲਾਂ ਸੀਗਾ ਕਿ ਜਦੋਂ ਵੀ ਕਿਸੇ ਦਾ ਨੇ ਸਿਰ ਚੁੱਕਿਆ ਤਦ ਤੁਸੀਂ ਦੇਸ਼ ਧਰੋਹੀ ਦਾ ਪਰਚਾ ਦਰਜ ਕਰਕੇ ਉਹਨੂੰ ਅੰਦਰ ਧੱਕ ਦਿਓ, ਤੇ ਦੇਸ਼ ਧਰੋਹੀ ਦਾ ਪਰਚਾ ਜਦੋਂ ਦਰਜ ਹੁੰਦਾ ਤਾਂ ਜ਼ਮਾਨਤ ਨਹੀਂ ਹੁੰਦੀ ਹੈਗੀ। ਸੋ ਐਨਵੀਰ ਮੰਨਾ ਦਾ ਇਹ ਫੈਸਲਾ ਜਿਹੜਾ ਆ ਬੜਾ ਪੋਜ਼ਿਟਿਵ ਆ। ਤੇ ਮੈਂ ਇੱਥੇ ਵੀ ਕਹਦਾ ਕਿ ਐਨਵੀਰ ਮੰਨਾ ਉਹਨਾਂ ਪੁਰਾਣੇ ਚੀਫ ਜਸਟਿਸਾਂ ਜਿਹੇ ਫੈਸਲੇ ਨਹੀਂ ਕਰਦੇ ਜਿਹੜੇ ਰਿਟਾਇਰਮੈਂਟ ਪੱਖੋਂ ਤੋਂ ਬਾਅਦ ਜਿਹੜੇ ਆ ਉਹ ਰਾਜ ਸਭਾ ਦੇ ਮੈਂਬਰ ਬਣਦੇ ਰਹੇ ਆ ਜਾਂ ਹੋਰ ਜਿਹੜੇ ਉੱਚ ਅਹੁਦੇ ਆ ਉਹ ਲੈਂਦੇ ਰਹੇ ਆ। ਸੋ ਦੇਸ਼ ਦੀ ਨਿਆਂਪਾਲਿਕਾ ਦਾ ਜਿਹੜਾ ਇੱਕ ਤਿਲਕ ਦਾ ਭਰੋਸਾ ਸੀਗਾ, ਵਿਸ਼ਵਾਸ ਸੀਗਾ, ਉਹਨੂੰ ਬਹਾਲ ਕਰਨ 'ਚ ਇਹ ਫੈਸਲਾ ਜਿਹੜਾ ਆ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਏਗਾ। ਹੁਣ ਅਗਲਾ ਜਿਹੜਾ ਕੱਲ੍ਹ ਦੀ ਇੱਕ ਹੋਰ ਇਤਿਹਾਸਕ ਵਰਗੀ ਘਟਨਾ ਕਹਿ ਲਈਏ ਉਹ ਇਹ, ਜਿਹਦੇ ਬਾਰੇ ਕਾਫੀ ਚਰਚਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਵੱਖ-ਵੱਖ ਪੰਥਕ ਧਿਰਾਂ ਨੇ ਸਿਰ ਜੋੜੇ। ਮੈਂ ਸਿੱਧੇ ਸ਼ਬਦ 'ਚ ਇਹ ਕਹਿ ਲਾਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਪੈਰਾਂ ਹੇਠੋਂ ਜਿਹੜੀ ਜ਼ਮੀਨ ਖਿਸਕਦੀ ਸੀਗੀ ਅਤੇ ਉਹ ਜ਼ਮੀਨ ਜਿਹੜੀ ਉਹ ਇਕੱਠੀ ਕਰਨਾ ਚਾਹੁੰਦੇ ਆ, ਉਹਦਾ ਜਿਹੜਾ ਪਹਿਲਾ ਪੜਾਅ ਆ ਉਹਨਾਂ ਨੇ ਡਾਇਰੈਕਟਲੀ ਇੰਡਾਇਰੈਕਟਲੀ ਜਿਹੜਾ ਆ ਉਹ ਪਾਰ ਕਰ ਲਿਆ। ਚਾਹੇ ਇਹਦੇ ਲਈ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਗਿਆ ਹੋਵੇ ਅਤੇ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਆ ਇਹਦੇ ਲਈ ਉਹਨਾਂ ਨੇ ਸੁਨੇਹਾ ਲਾ ਕੇ ਡਾਇਰੈਕਟਲੀ ਇੰਡਾਇਰੈਕਟਲੀ ਉਹਨਾਂ ਨੂੰ ਵਿੱਚ ਇਨਵੋਲਵ ਕੀਤਾ ਹੋਵੇ। ਵੈਸੇ ਇੱਥੇ ਇਹ ਸਾਰੀ ਗੱਲ ਕਰਨ ਤੋਂ ਪਹਿਲਾਂ ਇੱਕ ਇਹ ਗੱਲ ਕਰ ਲਈਏ ਕਿ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਇੱਕ ਆਪਣੇ ਚਿੰਤਾ ਪ੍ਰਗਟਾਈ ਸੀ ਬਿਆਨ ਰਾਹੀਂ ਕਿ ਘੱਟ ਗਿਣਤੀਆਂ ਕੋਲੋਂ ਉਹਨਾਂ ਦੇ ਹੱਕ ਖੋਹੇ ਜਾ ਰਹੇ ਆ। ਪਰ ਇਹਦੇ ਉਲਟ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਆ ਉਹਦੇ ਚੇਅਰਮੈਨ ਨੇ ਬਿਆਨ ਦੇ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸ਼ਾਇਦ ਭੁਲੇਖਾ ਲੱਗਾ ਹੋ ਸਕਦਾ, ਉਹ ਟਪਲਾ ਖਾ ਗਏ। ਅਜਿਹਾ ਕੋਈ ਨਹੀਂ, ਘੱਟ ਗਿਣਤੀਆਂ ਲਈ ਜਿਹੜਾ ਘੱਟ ਗਿਣਤੀ ਕਮਿਸ਼ਨ ਆ ਉਹ ਖੜਾ ਆ। ਪਰ ਜਿਹੜੀ ਆਪਾਂ ਕੱਲ੍ਹ ਦੀ ਗੱਲ ਕਰ ਲਈਏ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਕੱਠੇ ਹੋਏ ਆ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਦੀ ਕੋਰ ਕਮੇਟੀ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਆਪਣੇ ਹਮਾਇਤੀਆਂ ਨਾਲ ਜਾਂ ਆਪਣੇ ਕਹਿ ਲਈਏ ਅਹੁਦੇਦਾਰਾਂ ਨਾਲ, ਅਤੇ ਉਹਨਾਂ ਤੋਂ ਬਿਨਾਂ ਦਿੱਲੀ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲੀਕੇ, ਪੁਰਾਣੇ ਪ੍ਰਧਾਨ ਜਾਂ ਅਕਾਲੀ ਨੇਤਾ ਜਿਹੜੇ ਆ ਜਿਨ੍ਹਾਂ ਵਿੱਚ ਮਨਜੀਤ ਸਿੰਘ GK, ਪ੍ਰਿੰਸ ਸਰਨਾ, ਇਹ ਸਾਰੇ ਦੇ ਸਾਰੇ ਉੱਥੇ ਇਕੱਠੇ ਹੋਏ। ਇੱਕ ਗੱਲ ਤਾਂ ਇਹ ਕਿ ਸਾਰਿਆਂ ਦਾ ਇਕੱਠਾ ਹੋਣਾ ਇੱਕ ਸ਼ੁਭ ਸੰਕੇਤ ਆ। ਪੰਥ ਦੀ ਲੜਾਈ, ਸਿੱਖਾਂ ਦੀ ਲੜਾਈ ਜਿਹੜੀ ਲੜਨ ਲਈ ਇੱਕ ਇਹ ਆਸ ਵੱਜੀ ਆ। ਪਰ ਸਾਡੇ ਦਿਲਾਂ ਵਿੱਚ ਸਵਾਲ ਉੱਠਦਾ ਕਿ ਕੀ ਵੱਖ-ਵੱਖ ਵਿਚਾਰਾਂ ਵਾਲੇ ਪੰਥਕ ਧਿਰਾਂ ਜਾਂ ਵੱਖ-ਵੱਖ ਆਈਡੀਓਲੋਜੀ ਵਾਲੇ ਸਿੱਖ ਨੇਤਾ ਕੀ ਇੱਕ ਸਾਂਝੇ ਕਾਰਜ ਲਈ ਸਿਰ ਜੋੜ ਕੇ ਚੱਲ ਸਕਣਗੇ? ਇੱਕ ਤਾਂ ਇਹ। ਦੂਜੀ ਗੱਲ ਇਹ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਭਾਜਪਾ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਇਹ ਕਹਿ ਰਹੇ ਆ ਕਿ ਗੱਲ ਕਾਫੀ ਹੱਦ ਤੱਕ ਅੱਗੇ ਪਹੁੰਚੀ ਹੋਈ ਆ, ਅਤੇ ਆਪਾਂ ਇਹ ਕਹਿ ਲਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਇੱਕ ਜਿਹੜਾ ਆ ਸਿਆਸੀ ਲਾਹਾ ਲੈਣਾ ਚਾਹੁੰਦੇ ਆ, ਜਾਂ ਆਪਾਂ ਇਹ ਕਹਿ ਲਈਏ ਕਿ ਇੱਕ ਆਪਣੇ ਸਟਾਰ ਲਵਾਉਣਾ ਚਾਹੁੰਦੇ ਆ, ਤਾਂ ਕਿ ਜੋ ਇਹ ਇਕੱਠ ਹੋਇਆ ਕੱਲ੍ਹ ਦਾ ਇਹ ਤਾਂ ਨਾ ਹੋ ਜਾਊਗਾ ਕਿ ਨਰਿੰਦਰ ਮੋਦੀ ਆਪਣੇ ਫੈਸਲੇ ਤੋਂ ਪਿੱਛੇ ਨੂੰ ਪੈਰਨ ਮੁੜਨ ਲੱਗ ਪੈਣ। ਕਿਉਂਕਿ ਪਹਿਲਾਂ ਵੀ ਇਹ ਹੁੰਦਾ ਰਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵਿਸ਼ੇਸ਼ ਕਰਕੇ ਇੰਦਰਾ ਗਾਂਧੀ ਕੋਈ ਪੰਜਾਬ ਲਈ ਫੈਸਲਾ ਕਰਨ ਦੀ ਤਾਕਤ ਵਿੱਚ ਹੋਇਆ ਕਰਦੇ ਸੀ, ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਮੋਰਚਾ ਜਾਂ ਸੰਘਰਸ਼ ਸ਼ੁਰੂ ਕਰਤਾ ਜਾਂਦਾ ਸੀਗਾ, ਅਤੇ ਫਿਰ
उस वेले की हाकम जी इंदिरा गांधी है तो बड़ी चतुर सियासतदान सी, वो सोचती सी कि जे इस फैसले का लाहा अकालियां ने लै जाना तो यह करना ही क्यों वा। सो कुछ अजिहा भी जोड़ा वो हो सकता कि नरेंद्र मोदी जो अपना फैसला करना चाहते हैं उत्थे ब्रेकां ला लैण। पर तुहाडे मैं ध्यान च लिया कि पिछले दिनी नरेंद्र मोदी ने कई कई सिख जोड़े वफद आ उन्होंने मीटिंगां कीतियां ते विधान सभा चोणां तो पहलां ये गल चलदी भी रही आ कि बंदी सिंह जोड़े रिहाई होणगे, ਵੱਖ-ਵੱਖ सिख जथेबंदियां इसलिए संघर्ष भी कर रही। पर जिहड़ी साडी एक चिंता आ कि की जो इस वेले संघर्ष की रूपरेखा उलीकी गई आ कि इहनूं तोड़ निभाउण लई सारियां जथेबंदियां जिहड़ियां एक मंच ते इकट्ठियां होईयां कि ओह तोड़ निभा सकणगीਆਂ। फिर उस सूरत विच जदों ये सुखबीर सिंह बादल वालों SGPC ਨੂੰ अपील की गई सी, एक ये भी कि की SGPC इन्हां सारियां सियासी जथेबंदियां नूं जिहड़ियां धार्मिक जथेबंदियां भी आ जिन्हां विच कई निहंग सिंह भी संत महापुरुष भी शामिल होए आ, दमदमी टकसाल दे हरनाम सिंह धुन्ना भी शामिल होया कि उन्हां नूं ना एक माला विच परो के अगे तुर सकणगे। वैसे ये गल जरूर करनी बनती आ कि श्रोमणी अकाली दल विशेष करके सुखबीर सिंह बादल जिहड़े पंथक एजेंडिਆਂ ਤੋਂ ਮੂੰਹ ਮੋੜ ਚੁੱਕੇ ਸੀਗੇ, ਹੁਣ ਉਹਨਾਂ ਨੂੰ ਇੰਜ ਲੱਗਦਾ ਕਿ ਮੁੜ ਹਾਸ਼ੀਏ ਤੋਂ ਅੰਦਰ ਆਉਣ ਲਈ ਉਹਨਾਂ ਨੂੰ ਜਿਹੜੇ ਪੰਥਕ ਮੁੱਦੇ ਆ ਉਹ ਚੁੱਕਣੇ ਪੈਣਗੇ। ਵਿਸ਼ੇਸ਼ ਕਰਕੇ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਆ ਉਹਨਾਂ ਨੇ ਚੁਣਿਆ ਬਲਵੰਤ ਸਿੰਘ ਰਾਜੋਵਾਣੇ ਨਾਲ ਜਿਹੜੀ ਉਹਨਾਂ ਦੀ ਇੱਕ ਆਪਾਂ ਕਹਿ ਲਈਏ ਕਿ ਜਦੋਂ ਪਿਛਲੀ ਵਾਰੀ ਉਹ ਆਏ ਸੀਗੇ ਆਪਣੇ ਫਾਦਰ ਦੇ ਭੋਗ ਤੇ ਤਾਂ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਗਏ ਸੀਗੇ। ਹੁਣ ਇਹ ਵੀ ਚਰਚਾ ਕਿ ਸੁਖਬੀਰ ਸਿੰਘ ਬਾਦਲ ਰਾਜੋਵਾਣਾ ਨੂੰ ਮਿਲ ਕੇ ਆਏ ਆ। ਸੋ ਇਹ ਜਿਹੜਾ ਸਾਰਾ ਕੁਝ ਆ कि ये सचमुच ही सारिया जथेबंदियां दिलों कट्ठियां होकर तुरनगियां जां जिहड़ा हुण कट्ठियां होईयां कि इन्हां सारियां नूं सचमुच बंदी ਸਿੰਘਾਂ ਨੂੰ रिहा कराउण दी एक चीज़ आ जां सारिया जथेबंदियां विचों बहुतियां ये सोचदियां कि इस सांझे कारज लई जे असीं इस वेले नाल ना तुरे तां कदे किते असीं सियासत विचों आउट तां नहीं हो जांगे जां जिहड़े सिख आ सानूं कि वो ये तो नहीं कह लगन कि ये गदार से बंदी सिंह की रिहाई लिए बराबर मैदान च कूदे नहीं आके। सो बड़ा कुछ जोड़ा आ इस जो कल मीटिंग हुई आ उहदे हेठ लुकिया होया। पर साडे सूत्र ये भी कहते हैं कि अकाली दल दे प्रधान सुखबीर सिंह बादल केंद्रीय गृह मंत्री अमित शाह नाल मुलाकात करना चाहुंदे आ। दोहां धिरां च जिहड़ा मुलाकात लई स्नेह लग चुके आ, पर गल कित्थे आके अटकी हुई आ ये हाल दी घड़ी साडे जिहड़ा आ समझ विच नहीं आया कह लो ਜਾਂ ਸਾਡੇ ਜਿਹੜੇ ਸੂਤਰ ਆ ਉਹ ਹਾਲ ਦੀ ਘੜੀ ਸਾਨੂੰ ਇਹ ਜਿਹੜੀ ਆ ਸੂਚਨਾ ਉਸ ਠੋਸ ਮੁਹੱਈਆ ਨਹੀਂ ਕਰਾ ਸਕੇ। ਤੇ ਸੁਖਬੀਰ ਸਿੰਘ ਬਾਦਲ ਦਾ ਅਮਿਤ ਸ਼ਾਹ ਨੂੰ ਮਿਲਣ ਦਾ ਕੀ ਪਰਪਸ ਆ ਇਹ ਵੀ ਹਾਲੇ ਜਿਹੜਾ ਆ ਉਹ ਏਜੰਡਾ ਲੁਕਿਆ ਹੋਇਆ। ਜੇ ਪਰ ਫਿਰ ਕਹਿ ਲਈਏ ਕਿ ਜਿਵੇਂ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਕਿਹਾ ਕਿ ਬੰਦੀ ਸਿੰਘ ਜਿਨ੍ਹਾਂ ਨੇ ਨਿੱਜੀ ਹਿੱਤਾਂ ਖਾਤਰ ਜਾਂ ਆਪਣੇ ਸਵਾਰਥ ਖਾਤਰ ਕੁਰਬਾਨੀਆਂ ਨਹੀਂ ਦਿੱਤੀਆਂ ਹੈਗੀਆਂ ਸਗੋਂ ਇੱਕ ਸਾਂਝੇ ਕਾਜ ਲਈ ਉਹਨਾਂ ਨੇ ਜਿਹੜਾ ਆਪਣਾ ਸੀਸ ਰੱਖਿਆ ਤਲੀ ਤੇ ਉਹਨਾਂ ਦਾ ਜਿਹੜਾ ਮੁੱਲ ਪਾਉਣਾ ਸਾਡੀ ਕੌਮ ਦੀ ਜ਼ਿੰਮੇਵਾਰੀ ਆ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਵਿਸ਼ੇਸ਼ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਜ਼ਿਕਰ ਕੀਤਾ ਸੀਗਾ ਤੇ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਉਹ ਇੱਕ ਅਜਿਹਾ ਮੁੱਦਾ ਆ ਜਿਹਦੇ ਜ਼ਖਮ ਹਾਲੇ ਤੱਕ ਅੱਲੇ ਆ ਭਰ ਨਹੀਂ ਰਹੇ ਤੇ ਹੁਣ 6 ਜੂਨ ਨੇੜੇ ਆ ਰਿਹਾ ਜਦੋਂ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਤੇ ਇਹਨਾਂ ਦਿਨਾਂ ਦੌਰਾਨ ਜਿਹੜਾ ਸਿੱਖ ਹਿਰਦੇ ਆ ਉਹ ਵੈਸੇ ਹੀ ਜਿਹੜੇ ਪੀੜ ਨਾਲ ਵਧੇਰੇ ਕਰ ਲਾਉਂਦੇ ਆ। ਸੋ ਇਸ ਸਮੇਂ ਤੋਂ ਪਹਿਲਾਂ ਜਿਹੜਾ ਸੰਘਰਸ਼ ਦਾ ਬਿਗਲ ਵਜਾਇਆ ਇਹ ਇੱਕ ਸ਼ੁਭ ਖਬਰ ਆ। ਪਰ ਨਾਲ ਇਹ ਵੀ ਕਹਿਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਿੱਚ ਸਰਕਾਰ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਤਾਂ ਉਹਨਾਂ ਲੋਕਾਂ ਦੀ ਸਜ਼ਾ ਵੀ ਮੁਆਫ ਕਰ ਚੁੱਕੀ ਆ ਜਿਹੜੇ ਲੋਕ ਕਾਤਲ ਸੀਗੇ ਔਰ ਜਿਨ੍ਹਾਂ ਨੇ ਸਜ਼ਾ ਜਿਹੜੀ ਆ ਉਹ ਕੁਝ ਮਹੀਨੇ ਕੱਟੀ ਸੀਗੀ ਜਿਨ੍ਹਾਂ ਵਿੱਚ 5 ਪੁਲਿਸ ਜਿਹੜੇ ਅਫਸਰ ਆ ਪੰਜਾਬ ਦੇ ਉਹਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਵਿਸ਼ੇਸ਼ ਕਰਕੇ। ਸੋ ਇੱਕ ਹੋਰ ਪੰਜਾਬ ਸਰਕਾਰ ਨਾਲ ਜੁੜੀ ਅਹਿਮ ਖਬਰ ਇਹ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਤੀਜੀ ਵਾਰ ਵੱਡੇ ਲੋਕਾਂ ਦੀ ਸੁਰੱਖਿਆ ਦੀ ਛਤਰੀ ਜਿਹੜੀ ਆ ਉਹ ਛਾਂਗ ਦਿੱਤੀ। ਪਹਿਲਾਂ 2 ਪੜਾਵਾਂ ਵਿੱਚ ਉਹਨਾਂ ਨੇ ਸੁਰੱਖਿਆ ਵਾਪਸ ਲਈ ਆ। ਹੁਣ ਜਿਹੜਾ ਇਹ ਤੀਜੇ ਪੜਾਅ 'ਚ ਫੈਸਲਾ ਲਿਆ ਇਹ ਫੈਸਲਾ ਉਦੋਂ ਲਿਆ ਜਦੋਂ ਸਾਡੇ ਸਿਆਸੀ ਲੀਡਰ ਸਾਬਕਾ ਵਿਧਾਇਕ ਘਰ ਛੱਡਣ ਲਈ ਤਿਆਰ ਨਹੀਂ ਜਾਂ ਕਈਆਂ ਤੇ ਇਹ ਇਲਜ਼ਾਮ ਲੱਗਾ ਕਿ ਉਹਨਾਂ ਨੇ ਘਰ ਛੱਡਣ ਤੋਂ ਪਹਿਲਾਂ ਜਿਹੜਾ ਸਮਾਨ ਆ ਉਹ ਉਰੇ ਪੁਰੇ ਕਰ ਦਿੱਤਾ। ਸੱਚ ਆ ਕਿ ਨਹੀਂ ਇਹ ਹਾਲੇ ਤੱਕ
ਪਤਾ ਨਹੀਂ, ਪਰ ਇੱਕ ਗੱਲ ਪੱਕੀ ਆ ਕਿ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਜਿਹੜਾ ਸਮਾਨ ਉੱਥੋਂ ਉਹ ਲੈ ਕੇ ਗਏ ਸੀਗੇ ਉਹਦਾ ਜਿਹੜਾ ਚੈੱਕ ਆ ਉਹ ਸਰਕਾਰ ਨੂੰ ਜ਼ਰੂਰ ਦਿੱਤਾ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕੋਠੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੀ ਮਰਜ਼ੀ ਦਾ ਸਮਾਨ ਖਰੀਦਿਆ ਸੀਗਾ। ਸੋ ਕਾਂਗੜ ਹੋਣਾ ਦਾ ਜਿਹੜਾ ਰੌਲਾ ਆ ਹਾਲ ਤੱਕ ਪਿਆ ਹੋਇਆ, ਆਪਾਂ ਕੱਲ੍ਹ ਚਰਚਾ ਵੀ ਕੀਤੀ ਸੀ। ਹੁਣ ਜਿਹੜੀ ਸੁਰੱਖਿਆ ਛਤਰੀ ਛਾਂਗੀ ਗਈ ਆ ਉਹ 'ਚ ਸਭ ਤੋਂ ਵੱਡਾ ਝਟਕਾ ਜਿਹੜਾ ਆ ਉਹ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਦਿੱਤਾ ਗਿਆ, ਜਿਨ੍ਹਾਂ ਕੋਲੇ 36 ਗਨਮੈਨ ਸੀਗੇ ਤੇ ਇਸ ਵੇਲੇ ਜਿਹੜੇ ਆ ਉਹ 28 ਵਾਪਸ ਲੈ ਗਏ ਆ। ਸੋ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਨੂੰ ਇਸ ਵੇਲੇ ਸਿਰਫ 8 ਗਨਮੈਨਾਂ ਦੀ ਛਤਰੀ ਜਿਹੜੀ ਆ ਉਹ ਰਹੇਗੀ। ਵੈਸੇ ਅਸੀਂ ਇੱਥੇ ਇਹ ਜ਼ਰੂਰ ਕਹਿ ਦਾਂਗੇ ਕਿ ਐਡੀ ਵੱਡੀ ਸੁਰੱਖਿਆ ਜਿਹੜੀ ਆ ਉਹ ਲੋੜ ਨਹੀਂ ਹੁੰਦੀ, ਕਿਸੇ ਨੂੰ ਬਿਨਾਂ ਵਜ੍ਹਾ ਜਿਹੜੀ ਆ ਉਹ ਜੈਡ ਸਿਕਿਉਰਿਟੀ, ਕਿਸੇ ਨੂੰ ਵਾਈ ਸਿਕਿਉਰਿਟੀ ਜਿਹੜੀ ਆ ਉਹ ਦਿੱਤੀ ਗਈ ਆ। ਪਰ ਇੱਕ ਮੈਂ ਇਹ ਗੱਲ ਦੱਸਦਾ ਕਿ ਭਗਵੰਤ ਸਿੰਘ ਮਾਨ ਹੋਣੀ ਸਿਰਫ ਉਹੀ ਸਿਕਿਉਰਿਟੀ ਵਾਪਸ ਲੈ ਸਕਦਾ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕੀਤੀ ਗਈ ਆ। ਕੇਂਦਰ ਵੱਲੋਂ ਜਿਹੜੀ ਸੁਰੱਖਿਆ ਦਿੱਤੀ ਜਾਂਦੀ ਆ ਉਹ ਵਾਪਸ ਲੈਣ ਦਾ ਉਹਨਾਂ ਕੋਲ ਅਧਿਕਾਰ ਨਹੀਂ ਹੈਗਾ। ਉਦਾਹਰਨ ਵਜੋਂ ਪਿਛਲੇ ਦਿਨੀ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਭਾਜਪਾ 'ਚ ਸ਼ਾਮਲ ਹੋ ਗਏ ਸੀਗੇ, ਉਹਨਾਂ ਨੂੰ ਵਾਈ ਸਿਕਿਉਰਿਟੀ ਦਿੱਤੀ ਗਈ ਸੀਗੀ। ਉਹ ਸਿਕਿਉਰਿਟੀ ਚਾਹੇ ਵਾਧੂ ਆ, ਭਾਰ ਆ, ਖਜ਼ਾਨੇ ਤੇ ਵਿੱਤੀ ਬੋਝ ਆ, ਉਹਦਾ ਭਗਵੰਤ ਸਿੰਘ ਮਾਨ ਜਿਹੜੇ ਆ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪੈਂਕੀ ਵੀ ਆਪਣੇ ਨਾਲ 28 ਗਨਮੈਨ ਲੈ ਘੁੰਮਦੇ ਸੀਗੇ, ਉਹਨਾਂ ਵਿੱਚੋਂ 26 ਜਿਹੜੇ ਆ ਹਟਾ ਲਏ ਗਏ। ਹੁਣ ਸਿਰਫ 2 ਗਨਮੈਨਾਂ ਨਾਲ ਉਹਨਾਂ ਨੂੰ ਗੁਜ਼ਾਰਾ ਕਰਨਾ ਪਊਗਾ। ਇਸੇ ਤਰ੍ਹਾਂ ਕੇਵਲ ਸਿੰਘ ਢਿੱਲੋਂ ਜਿਹੜੇ MP ਦੀ ਇਲੈਕਸ਼ਨ ਵੀ ਹਾਰ ਗਏ ਸੀ, ਵਿਧਾਇਕ ਦੀ ਇਲੈਕਸ਼ਨ ਵੀ ਹਾਰ ਗਏ ਸੀਗੇ, ਬਰਨਾਲਾ ਤੋਂ ਆ, ਕਾਫੀ ਵੱਡੇ ਜਿਹੜੇ ਬਿਜ਼ਨਸਮੈਨ ਆ, ਤੇ ਨਵਜੋਤ ਸਿੰਘ ਚੀਮਾ ਜਿਹੜੇ ਇਲੈਕਸ਼ਨ ਹਾਰ ਗਏ ਰਾਣਾ ਗੁਰਜੀਤ ਸਿੰਘ ਦੇ ਬੇਟੇ ਕੋਲੋਂ, ਉਹਨਾਂ ਦੋਨਾਂ ਕੋਲੋਂ 9 ਗਨਮੈਨ ਜਿਹੜੇ ਵਾਪਸ ਲੈ ਗਏ। ਦੋਨਾਂ ਕੋਲੇ 11 ਗਨਮੈਨ ਸੀਗੇ ਤੇ ਇਸ ਵੇਲੇ ਸਾਬਕਾ ਵਿਧਾਇਕ ਦੀ ਹੈਸੀਅਤ ਵਿੱਚ ਸਿਰਫ ਉਹ 2 ਗਨਮੈਨ ਜਿਹੜੇ ਆ ਨਾਲ ਲੈ ਕੇ ਤੁਰਨਗੇ। ਇਸੇ ਤਰ੍ਹਾਂ ਸਾਬਕਾ ਡਿਪਟੀ ਮੁੱਖ ਮੰਤਰੀ OP ਸੋਨੀ, ਜਿਨ੍ਹਾਂ ਬਾਰੇ ਪਿਛਲੇ ਦਿਨੀ ਚਰਚਾ ਵੀ ਹੋਈ ਸੀਗੀ ਕਿ ਉਹ ਜਿਹੜਾ ਅੰਮ੍ਰਿਤਸਰ ਦਾ ਸਰਕਟ ਹਾਊਸ ਆ ਉਹ ਉਹਨਾਂ ਨੇ 30 ਸਾਲਾਂ ਲਈ ਆਪਣੇ ਬੇਟੇ ਦੇ ਨਾਂ ਤੇ ਲੀਜ਼ ਲੈ ਲਿਆ। ਅਰਬਾਂ ਖਰਬਾਂ ਦੀ ਜ਼ਮੀਨ ਜਿਹੜੀ ਆ ਉਹ ਲੀਜ਼ ਤੇ ਲਈ ਆ ਤੇ ਜਿਹਦੇ ਬਦਲੇ ਦਿਆ ਕਰਨਗੇ ਸਿਰਫ ਸਰਕਾਰ ਨੂੰ 1 ਕਰੋੜ 5 ਲੱਖ ਰੁਪਏ ਸਾਲ ਦਾ। ਸੋ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਵਿੱਚ 37 ਮੁਲਾਜ਼ਮ ਰੱਖੇ ਗਏ ਸੀਗੇ ਤੇ ਉਹਨਾਂ ਤੋਂ ਜਿਹੜੇ 19 ਵਾਪਸ ਲੈ ਗਏ ਆ। ਇਸੇ ਤਰ੍ਹਾਂ ਹੋਰ ਵੀ ਕਈ ਸਾਰੇ ਵਿਧਾਇਕ ਆ ਜਿਨ੍ਹਾਂ ਦੀ ਸੁਰੱਖਿਆ ਵਾਪਸ ਲੈ ਗਈ ਆ। ਇਹ ਮੈਂ ਦੱਸਦਾ ਕਿ ਹਾਲੇ ਵੀ 10,000 ਦੇ ਕਰੀਬ ਜਿਹੜੇ ਮੁਲਾਜ਼ਮ ਆ ਉਹ ਵੱਖ-ਵੱਖ VIP ਨਾਲ ਲੱਗੇ ਹੋਏ ਆ। ਇੱਥੇ ਇਹ ਵੀ ਦੱਸ ਦਈਏ ਕਿ ਜੇ VIP ਕੋਲੋਂ ਸਿਕਿਉਰਿਟੀ ਲੈ ਕੇ ਇਸ ਵੇਲੇ ਫੀਲਡ 'ਚ ਤੈਨਾਤ ਕਰਤੀ ਜਾਵੇ, ਥਾਣੇ 'ਚ ਤੈਨਾਤ ਕੀਤੀ ਜਾਵੇ ਤਾਂ ਲੋਕਾਂ ਦੀ ਜਿਹੜੀ ਸੁਰੱਖਿਆ ਆ ਉਹ ਵਧੇਰੇ ਯਕੀਨੀ ਬਣਾਈ ਸਕਦੀ ਆ। ਕਿਉਂਕਿ ਅੱਜ ਕੱਲ੍ਹ ਇਹ ਬੜਾ ਇੱਕ ਵੱਡਾ ਮੁੱਦਾ ਵੀ ਆ ਤੇ ਇਲਜ਼ਾਮ ਵੀ ਲੱਗ ਰਿਹਾ ਸਰਕਾਰ 'ਤੇ, ਜਾਂ ਆਪਾਂ ਜਿਹੜੀ ਅਸਲੀਅਤ ਸਾਹਮਣੇ ਵੀ ਆ ਰਹੀ ਆ ਕਿ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਕਾਫੀ ਡਗਮਗਾਈ ਹੋਈ ਆ। ਭਗਵੰਤ ਸਿੰਘ ਮਾਨ ਹੁਣੀ ਸੁਰੱਖਿਆ ਛਤਰੀ ਲਗਾਤਾਰ ਛਾਂਗਦੇ ਆ ਰਹੇ ਆ, ਪਰ ਹਾਲ ਦੀ ਘੜੀ ਉਹਨਾਂ ਵੱਲੋਂ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਆ ਉਹ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕਿਉਂਕਿ ਜੇ ਆਪਾਂ ਕਰ ਲਈਏ ਜਿਹੜੀ ਮੋਹਾਲੀ ਘਟਨਾ ਵਾਪਰੀ ਆ ਉਹ ਉਹਦੀ ਬਹੁਤ ਵੱਡੀ ਉਦਾਹਰਨ ਆ। ਜੇ ਆਪਾਂ ਪਟਿਆਲੇ ਜੋ ਵਾਪਰਿਆ ਸੀਗਾ ਉਹ ਵੀ ਛੋਟੀ ਜਿਹੜੀ ਵਾਰਦਾਤ ਆ ਉਹ ਨਹੀਂ ਸੀਗੀ ਤੇ ਉੱਥੇ ਸਾਹਮਣੇ ਆਈ ਸੀ ਕਿ ਪੁਲਿਸ ਦੀ ਨਲਾਇਕੀ ਦੱਸ ਰਹੀ ਆ। ਤੇ ਇੱਕ ਖਬਰ ਜਿਹੜੀ ਮੈਂ ਕਹਿੰਦਾ ਹੁੰਦਾ ਕਿ ਆਪਾਂ ਤੁਹਾਡੇ ਨਾਲ ਅੰਕੜੇ ਨਾਲ ਸਾਂਝੀ ਕਰਨੀ ਆ ਉਹ ਇਹ ਆ ਕਿ ਪੰਜਾਬ ਵਿੱਚ ਡੀਜ਼ਲ ਉੱਤੇ ਵੈਟ ਬਹੁਤ ਜ਼ਿਆਦਾ ਲਾਇਆ ਜਾ ਰਿਹਾ, ਜਿਸ ਕਰਕੇ ਪੰਜਾਬ ਨੂੰ 800 ਤੋਂ ਲੈ ਕੇ 1000 ਕਰੋੜ ਤੱਕ ਦਾ ਜਿਹੜਾ ਘਾਟਾ ਆ ਉਹ ਪੈ ਰਿਹਾ, ਕਿਉਂਕਿ ਸਰਹੱਦੀ ਸੂਬਿਆਂ ਨਾਲ ਲੱਗਦੇ ਜਿਹੜੇ ਪਿੰਡ ਜ਼ਿਲ੍ਹੇ ਆ ਉੱਥੋਂ ਦੇ ਜਿਹੜੇ ਲੋਕ ਆ ਉਹ ਉਹਨਾਂ ਸੂਬਿਆਂ 'ਚ ਜਾ ਕੇ ਡੀਜ਼ਲ ਭਰਵਾ ਰਹੇ ਆ ਤੇ ਪੰਜਾਬ ਤੋਂ ਨਹੀਂ ਖਰੀਦਦੇ। ਕਿਉਂਕਿ ਆਪਾਂ ਇਹ ਕਹਿ ਲਈਏ ਕਿ ਪੰਜਾਬ ਵਿੱਚ ਡੀਜ਼ਲ ਜਿਹੜਾ ਆ ਉਹ ਮਹਿੰਗਾ ਆ ਚੰਡੀਗੜ੍ਹ ਨਾਲੋਂ, ਜੰਮੂ ਕਸ਼ਮੀਰ ਨਾਲੋਂ, ਹਰਿਆਣਾ ਨਾਲੋਂ, ਹਿਮਾਚਲ ਨਾਲੋਂ। ਅੰਕੜੇ ਦੱਸਦੇ ਆ ਕਿ ਪੰਜਾਬ ਵਿੱਚ ਜਿਹੜੀ ਤੇਲ ਦੀ ਡੀਜ਼ਲ ਦੀ ਕੁੱਲ ਖਪਤ ਹੋ ਰਹੀ ਆ ਉਹਦਾ 45% ਖੇਤੀ ਖੇਤੇ ਵਰਤਿਆ ਜਾ ਰਿਹਾ, 25% ਇੰਡਸਟਰੀ ਫੂਕਦੀ ਆ ਤੇ ਜਿਹੜੀ ਟਰਾਂਸਪੋਰਟ ਆ ਉਹਦੇ ਉੱਤੇ ਸਿਰਫ 15% ਤੇ ਜਿਹੜਾ ਪਰਚੂਨ ਦਾ ਡੀਜ਼ਲ ਦਾ ਖਰਚਾ ਆ ਉਹ ਵੀ 15% ਆ। ਸੋ ਜਿਹੜਾ ਕੁੱਲ ਆਪਾਂ ਕਹਿੰਦੇ 100% ਡੀਜ਼ਲ ਆ ਇਹ ਲੋਕ ਦੂਜਿਆਂ ਸੂਬਿਆਂ ਨਾਲੋਂ ਸਸਤਾ ਖਰੀਦਦੇ ਆ। ਇੱਥੇ ਮੈਂ ਵੀ ਦੱਸਦਾ ਕਿ ਜਿਵੇਂ ਚੰਡੀਗੜ੍ਹ ਵਿੱਚ ਪੈਟਰੋਲ ਸਸਤਾ ਜਾਂ ਡੀਜ਼ਲ ਸਸਤਾ ਤਾਂ ਲੋਕ ਮੋਹਾਲੀ
ਖਰੜ ਤੱਕ ਦੇ, ਰੋਪੜ ਤੱਕ ਦੇ, ਕੁਰਾਲੀ ਤੱਕ ਦੇ ਲੋਕ ਆ ਉਹ ਇਹ ਜਾਂ ਡੇਰਾਬੱਸੀ ਤੱਕ ਦੇ ਉਹ ਪ੍ਰੈਫਰ ਕਰਦੇ ਆ ਕਿ ਚੰਡੀਗੜ੍ਹ ਗੇੜਾ ਮਹੀਨੇ ਇੱਕ ਦਾ ਲਾ ਲਿਆ ਜਾਵੇ ਤੇ ਟੈਂਕੀ ਫੁੱਲ ਕਰ ਲਈ ਜਾਵੇ ਤਾਂ ਕਈ ਸੌ ਦਾ ਜਿਹੜਾ ਫਰਕ ਆ ਉਹ ਪੈ ਜਾਂਦਾ। ਹੁਣ ਜਿਹੜੇ ਅੰਕੜੇ ਸਾਡੇ ਕੋਲ ਇਹ ਵੀ ਆ ਕਿ ਚੰਡੀਗੜ੍ਹ ਵਿੱਚ ਕਿਉਂਕਿ ਜਿਹੜਾ ਵੈਟ ਘੱਟ ਆ ਇਸ ਕਰਕੇ ਉੱਥੇ ਡੀਜ਼ਲ 5 ਰੁਪਏ 30 ਪੈਸੇ ਸਸਤਾ ਆ। ਹਿਮਾਚਲ ਵਿੱਚ ਇੱਥੇ ਨਾਲੋਂ ਡੀਜ਼ਲ 6 ਰੁਪਏ 60 ਪੈਸੇ ਸਸਤਾ। ਜੰਮੂ ਕਸ਼ਮੀਰ 'ਚ 3 ਰੁਪਏ 72 ਪੈਸੇ ਸਸਤਾ ਹੈ। ਸੋ ਸਰਹੱਦੀ ਖੇਤਰਾਂ ਦੇ ਜਿਹੜੇ ਪਿੰਡ ਆ, ਸ਼ਹਿਰ ਆ, ਜ਼ਿਲ੍ਹੇ ਆ ਉਹ ਪ੍ਰੈਫਰ ਕਰਦੇ ਆ ਕਿ ਜਿਹੜਾ ਤੇਲ ਆ ਉਹ ਚੰਡੀਗੜ੍ਹੋਂ, ਰਾਜਸਥਾਨ ਤੋਂ, ਜੰਮੂ ਕਸ਼ਮੀਰ ਤੋਂ, ਹਿਮਾਚਲ ਤੋਂ, ਹਰਿਆਣੇ ਤੋਂ ਭਰਾ ਲਿਆ ਜਾਵੇ। ਸੋ ਸਰਕਾਰ ਜੇ ਇਸ ਪਾਸੇ ਵੱਲ ਧਿਆਨ ਦੇਵੇ ਕਿ ਵੈਟ ਘੱਟ ਕਰਤਾ ਜਾਵੇ ਤਾਂ ਘੱਟੋ ਘੱਟ ਜਿਹੜਾ 800 ਤੋਂ ਲੈ ਕੇ 1000 ਕਰੋੜ ਤੱਕ ਦਾ ਘਾਟਾ ਪੈ ਰਿਹਾ ਉਹ ਪੂਰਾ ਹੋ ਸਕਦਾ। ਸੋ ਅੱਜ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ ਉਹਨਾਂ ਉੱਤੇ ਚਰਚਾ ਸੀ। ਅੱਜ ਦੀਆਂ ਪ੍ਰਮੁੱਖ ਖਬਰਾਂ ਦੇ ਅੰਦਰਲੀ ਗੱਲ ਤੁਹਾਡੇ ਨਾਲ ਅਸੀਂ ਲਿਆਉਣ ਜਿਹੜੀ ਆ ਉਹ ਸਾਂਝੀ ਕੋਸ਼ਿਸ਼ ਕੀਤੀ ਆ। ਕੱਲ੍ਹ ਨੂੰ ਮਿਲਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬੜੋਏ ਤੋਂ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।